ਆਰਟੀਕਲ 370 ਖਤਮ ਹੋਣ ਤੇ ਬੌਖਲਾਇਆ ਪਾਕਿਸਤਾਨ ਨੇ ਭਾਰਤ ਦੇ ਨਾਲ ਤੋੜੇ ਵਪਾਰਕ ਸੰਬੰਧ। ਭਾਰਤ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਏਗਾ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਦੇ ਰਾਜਦੂਤ ਨੂੰ ਭੇਜੇਗਾ ਵਾਪਸ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਸ਼ਮੀਰ ਦੇ ਮੁੱਦੇ ਤੇ ਮੋਦੀ ਸਰਕਾਰ ਦੇ ਫੈਸਲੇ ਨੂੰ UN ਦੇ ਵਿੱਚ ਲੈ ਕੇ ਜਾਣਗੇ। ਜੰਮੂ ਕਸ਼ਮੀਰ ਦੇ ਲੋਕਾਂ ਵਿਚਕਾਰ ਅਜੀਤ ਡੋਭਾ। ਧਾਰਾ 370 ਤੇ ਸਰਕਾਰ ਦੇ ਫੈਸਲੇ ਤੋਂ ਬਾਅਦ ਪਹੁੰਚੇ ਕਸ਼ਮੀਰ। ਸਥਾਨਕ ਲੋਕਾਂ ਦੇ ਨਾਲ ਖਾਦਾ ਖਾਣਾ। NSA ਲੈ ਰਹੇ ਨੇ ਕਸ਼ਮੀਰ ਦਾ ਜਾਇਜ਼ਾ। ਸੁਸ਼ਮਾ ਸਵਰਾਜ ਨੂੰ ਨਾਮ ਅੱਖਾਂ ਦੇ ਨਾਲ ਅੰਤਮ ਵਧਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸ਼ਰਧਾਂਜਲੀ। ਦੇਸ਼ ਦੀ ਸਿਆਸਤ ਦੇ ਕਈ ਵੱਡੇ ਚਿਹਰੇ ਪੁੱਜੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਲੋਕਾਂ ਨੇ ਵੇਖੀ ਆਖਰੀ ਝਲਕ। ਹਮੇਸ਼ਾ ਯਾਦ ਰਹਿਣਗੇ ਸੁਸ਼ਮਾ ਸਵਰਾਜ। ਸੁਸ਼ਮਾ ਸਵਰਾਜ ਦਾ ਜਨਮ ਅੰਬਾਲਾ 'ਚ ਹੋਇਆ। ABVP ਜ਼ਰੀਏ ਸਿਆਸੀ ਕਰੀਅਰ ਦੀ ਕੀਤੀ ਸ਼ੁਰੂਆਤ। ਸੁਪਰੀਮ ਕੋਰਟ ਦੇ ਵਿੱਚ ਵਕੀਲ ਰਹੇ ਨੇ ਸੁਸ਼ਮਾ ਸਵਰਾਜ। ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੀ ਦੂਜੀ ਮਹਿਲਾ ਵਿਦੇਸ਼ ਮੰਤਰੀ ਨੇ। ਅੰਬਾਲਾ 'ਚ ਬੀਤਿਆ ਸੁਸ਼ਮਾ ਸਵਰਾਜ ਦਾ ਬਚਪਨ। ਆਰਿਆ ਸਕੂਲ ਤੋਂ ਕੀਤੀ 10ਵੀਂ ਤੱਕ ਦੀ ਪੜ੍ਹਾਈ। ਬਚਪਨ ਤੋਂ ਸੁਸ਼ਮਾ ਸਵਰਾਜ ਦੇ ਵਿੱਚ ਭਾਸ਼ਣ ਕਲਾ ਦਾ ਗੁਣ ਸੀ। ਸੁਸ਼ਮਾ ਸਵਰਾਜ ਨੇ ST ਕਾਲਜ ਅੰਬਾਲਾ ਤੋਂ ਕੀਤੀ ਗ੍ਰੈਜੂਏਸ਼ਨ। ਕਾਲਜ ਦੇ ਵਿੱਚ ਲਗਾਤਾਰ 3 ਸਾਲ ਬੈਸਟ NCC ਕੈਡੇਟ ਰਹੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੀ ਮਿਲਿਆ ਬੈਸਟ ਸਟੂਡੈਂਟ ਅਵਾਰਡ। ਮੌਤ ਇੱਕ ਅਟਲ ਸੱਚ ਤੇ ਤਲਖ ਹਕੀਕਤ ਤੇ ਇਸ ਹਕੀਕਤ ਨੂੰ ਗਲੇ ਲਗਾਇਆ ਸੁਸ਼ਮਾ ਸਵਰਾਜ ਨੇ। ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਦੇਸ਼ ਦੀ ਸਿਆਸਤ ਦਾ ਹਰ ਵੱਡਾ ਚਿਹਰਾ ਉੱਥੇ ਮੌਜੂਦ ਸੀ। ਹਜ਼ਾਰਾਂ ਦੀ ਭੀੜ ਉਹਨਾਂ ਨੂੰ ਵੇਖਣ ਦੇ ਲਈ ਤਰਸ ਰਹੀ ਸੀ। ਸੁਸ਼ਮਾ ਸਵਰਾਜ ਵਰਗੇ ਲੀਡਰ ਦਾ ਜਾਣਾ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। आगाह अपनी मौत से कोई बशर नहीं, सामान 100 बरस का है, पल की खबर नहीं। सुषमा स्वराज अपनी बेवकती मौत दे नाल सब नूं हैरान कर गए ने। बिंदी सिंदूर ते साड़ी एक मजबूत शख्सियत वाली सुषमा स्वराज ते सादगी दा हर गहना जच्चिया। हुण ओह सानू सदीवी विछोड़ा दे गए ने। रोने वालों ने उठा रखा था घर सर पर, मगर उम्र भर का जागने वाला पड़ा सोता ही रहा। हर कोई सुषमा स्वराज ਦੇ ਮ੍ਰਿਤਕ ਦੇਹ ਨੂੰ ਨਮ ਅੱਖਾਂ ਦੇ ਨਾਲ ਵੇਖ ਰਿਹਾ ਸੀ। ਪਰ ਸੁਸ਼ਮਾ ਸਵਰਾਜ ਜਿਵੇਂ ਆਪਣੀ ਪੂਰੀ ਜ਼ਿੰਦਗੀ ਸੰਘਰਸ਼ ਦੇ ਨਾਲ ਜੀਣ ਤੋਂ ਬਾਅਦ ਇਤਮਾਨਾਨ ਦੇ ਨਾਲ ਸੋ ਰਹੇ ਹੋਣ। ਅਜਿਹੀਆਂ ਜ਼ਿੰਦਗੀਆਂ ਸਭ ਨੂੰ ਪ੍ਰੇਰਨਾ ਦਿੰਦੀਆਂ ਨੇ। कौन कहता है कि मौत आई तो मैं मर जाऊंगा, मैं तो दरिया हूं, समंदर में उतर जाऊंगा। ਸੁਸ਼ਮਾ ਸਵਰਾਜ ਨੇ ਜੋ ਜ਼ਿੰਦਗੀ ਜੀ ਹੈ ਉਸ ਤੋਂ ਬਾਅਦ ਉਹਨਾਂ ਦਾ ਮਰਨਾ ਮੌਤ ਨਹੀਂ ਲੱਗ ਰਿਹਾ। ਜੋ ਮਰ ਕੇ ਵੀ ਜੀ ਸਕੇ ਸਭ ਦੇ ਦਿਲਾਂ 'ਚ ਅਜਿਹੇ ਸਨ ਸੁਸ਼ਮਾ ਸਵਰਾਜ। ਮੌਤ ਸਭ ਤੋਂ ਵੱਡੀ ਸੱਚਾਈ ਹੈ ਤੇ ਸਭ ਤੋਂ ਤਲਖ ਹਕੀਕਤ। ਇਸ ਦੇ ਬਾਰੇ ਇਨਸਾਨੀ ਜ਼ਿਹਨ ਹਮੇਸ਼ਾ ਹੀ ਸੋਚਦਾ ਰਹਿੰਦਾ ਹੈ, ਸਵਾਲ ਕਾਇਮ ਕਰਦਾ ਹੈ ਤੇ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਦਾ ਹੈ। ਪਰ ਮੌਤ ਸਮਝ ਤੋਂ ਪਰੇ ਦੀ ਸ਼ੈ ਹੈ। ਹਾਸਲ ਇੱਕ ਬੇਅੰਤ ਉਦਾਸੀ ਤੇ ਮਾਇੂਸੀ ਹੀ ਹੁੰਦੀ ਹੈ। ਪਰ ਇਹ ਉਦਾਸੀ ਸੁਸ਼ਮਾ ਸਵਰਾਜ 'ਚ ਕਦੇ ਨਜ਼ਰ ਨਹੀਂ ਆਈ। ਆਪਣੀ ਮੌਤ ਦਾ ਵੀ ਜਿਵੇਂ ਅੰਦਾਜ਼ਾ ਜਿਹਾ ਸੀ। ਇਹ ਟਵੀਟ ਉਹਨਾਂ ਦੀ ਮੌਤ ਤੋਂ ਕਰੀਬ 3 ਘੰਟੇ ਪਹਿਲਾਂ ਦਾ ਹੈ। ਜਦ ਉਹ ਕਸ਼ਮੀਰ ਦੇ ਮਸਲੇ ਤੇ ਕਹਿ ਰਹੇ ਨੇ, ਪ੍ਰਧਾਨ ਮੰਤਰੀ ਜੀ ਤੁਹਾਡਾ ਹਾਰਦਿਕ ਅਭਿਨੰਦਨ। ਮੈਂ ਆਪਣੇ ਜੀਵਨ ਦੇ ਵਿੱਚ ਇਸ ਦਿਨ ਨੂੰ ਵੇਖਣ ਦਾ ਇੰਤਜ਼ਾਰ ਕਰ ਰਹੀ ਸੀ। ਇੰਤਜ਼ਾਰ ਖਤਮ ਹੋਇਆ ਤੇ ਉਹਨਾਂ ਦੀ ਜ਼ਿੰਦਗੀ ਵੀ। 7 ਵਾਰ सांसद, 3 ਵਾਰ ਵਿਧਾਇਕ, ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ, ਇੰਦਰਾ ਗਾਂਧੀ ਤੋਂ ਬਾਅਦ ਦੇਸ਼ ਦੀ ਦੂਸਰੀ ਮਹਿਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ।
ਪਰ ਇਹ ਸਫ਼ਰ ਕਦੀ ਵੀ ਆਸਾਨ ਨਹੀਂ ਰਿਹਾ, खूब संघर्ष रहे। एक नज़र इन्हां दे सफ़र ते। सुषमा स्वराज ਦਾ ਸਿਆਸੀ ਸਫ਼ਰ ਸਾਲ 1970 ਚ ਸ਼ੁਰੂ ਹੋਇਆ, ਜਦੋਂ ਉਹ ABVP ਦੇ ਨਾਲ ਜੁੜੇ। 1977 ਤੋਂ 1982 ਤੱਕ ਸੁਸ਼ਮਾ ਸਵਰਾਜ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹੇ। 27 ਸਾਲਾਂ ਦੀ ਉਮਰ ਦੇ ਵਿੱਚ ਹਰਿਆਣਾ ਸੂਬੇ ਦੇ ਜਨਤਾ ਪਾਰਟੀ ਦੇ ਪ੍ਰਧਾਨ ਬਣੇ। 1987 ਤੋਂ 1990 ਦੌਰਾਨ BJP ਲੋਕ ਦਲ ਦੀ ਗੱਠਜੋੜ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਰਹੇ। ਸੁਸ਼ਮਾ ਸਵਰਾਜ 1990 ਚ ਰਾਜ ਸਭਾ ਮੈਂਬਰ ਬਣੇ। 1996 ਚ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣ ਜਿੱਤੀ। ਸੁਸ਼ਮਾ ਸਵਰਾਜ 13 ਦਿਨ ਦੀ ਵਾਜਪਾਈ ਸਰਕਾਰ ਦੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰੀ ਰਹੇ। 1998 ਚ ਸੁਸ਼ਮਾ ਸਵਰਾਜ ਨੇ ਫਿਰ ਤੋਂ ਦੱਖਣੀ ਦਿੱਲੀ ਦੀ ਸੀਟ ਜਿੱਤੀ। 12 ਅਕਤੂਬਰ 1998 ਨੂੰ ਸੁਸ਼ਮਾ ਸਵਰਾਜ ਦਿੱਲੀ ਦੇ ਪਹਿਲੇ ਮਹਿਲਾ ਮੁੱਖ ਮੰਤਰੀ ਬਣੇ। 1999 ਚ ਸੁਸ਼ਮਾ ਸਵਰਾਜ ਨੇ ਸੋਨੀਆ ਗਾਂਧੀ ਖਿਲਾਫ ਕਰਨਾਟਕ ਤੋਂ ਚੋਣ ਲੜੀ। ਸਾਲ 2000 ਦੇ ਵਿੱਚ ਸੁਸ਼ਮਾ ਸਵਰਾਜ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਚੁਣੇ ਗਏ। ਅਪ੍ਰੈਲ 2006 ਦੇ ਵਿੱਚ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਬਣੇ। 2009 ਦੇ ਵਿੱਚ ਮੱਧ ਪ੍ਰਦੇਸ਼ ਦੀ ਵਿਦਿਸ਼ਾ ਤੋਂ ਲੋਕ ਸਭਾ ਚੋਣ ਜਿੱਤੀ। 2014 ਦੇ ਵਿੱਚ ਸੁਸ਼ਮਾ ਸਵਰਾਜ ਮੁੜ ਤੋਂ ਲੋਕ ਸਭਾ ਚੋਣ ਮੱਧ ਪ੍ਰਦੇਸ਼ ਦੀ ਵਿਦਿਸ਼ਾ ਤੋਂ ਜਿੱਤੇ। 2014 ਦੇ ਵਿੱਚ ਮੋਦੀ ਸਰਕਾਰ 'ਚ ਸੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਸੁਸ਼ਮਾ ਸਵਰਾਜ ਨੂੰ ਭਾਰਤ ਦੀ ਸਭ ਤੋਂ ਸਫਲ ਵਿਦੇਸ਼ ਮੰਤਰੀ ਆਖਿਆ ਜਾਂਦਾ ਹੈ। ਪਾਵਰਫੁਲ ਸੁਸ਼ਮਾ ਸਵਰਾਜ ਤੇ ਖਾਸ ਰਿਪੋਰਟ ਦਿਖਾਵਾਂਗੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਬਨੇ ਰਹੋ ABP ਸਾਂਝਾ ਦੇ ਨਾਲ। BJP ਦੇ ਵਿੱਚ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਕਿਸੇ ਵਕਤਾ ਦਾ ਨਾਂ ਆਂਦਾ ਹੈ ਤੇ ਉਹਨੇ ਸੁਸ਼ਮਾ ਸਵਰਾਜ। ਭਾਸ਼ਾ ਦੀ ਖੂਬ ਪਕੜ ਤੇ ਖੂਬ ਕੌਨਫੀਡੈਂਸ। ਸਦਨ ਦੇ ਵਿੱਚ ਜਦੋਂ ਬੋਲਦੇ ਸੀ ਤੇ ਸਭ ਦੇਖਦੇ ਹੀ ਰਹਿ ਜਾਂਦੇ ਸੀ। ਇੱਕ ਵਾਰ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਸੁਸ਼ਮਾ ਸਵਰਾਜ ਸਦਨ ਦੇ ਵਿੱਚ ਬੋਲਦੇ ਹੋਣ ਤੇ ਜ਼ਰੂਰ ਉਹਨਾਂ ਨੂੰ ਸੁਣਨਾ ਚਾਹੀਦਾ ਹੈ। ਤਦੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਪਾਵਰਫੁਲ ਮਿਨਿਸਟਰ। ਉਮਦਾ ਵਕਤਾ ਤੇ ਤੇਜ਼ ਤਰਾਰ ਨੇਤਾ ਦੀ ਛਵੀ ਰੱਖਣ ਵਾਲੇ ਸੁਸ਼ਮਾ ਸਵਰਾਜ ਅਟਲ ਅਡਵਾਨੀ ਯੁੱਗ ਦੇ ਦਿੱਗਜ ਨੇਤਾਵਾਂ ਚੋਂ ਇੱਕ ਸਨ। ਜਦੋਂ ਸਦਨ 'ਚ ਬੋਲਦੇ ਸਨ ਤਾਂ ਸਾਰੇ ਹੀ ਸੁਣਦੇ ਸੀ। ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਨੇ ਵੀ ਇੱਕ ਵਾਰ ਲੋਕ ਸਭਾ 'ਚ ਕਿਹਾ ਕਿ ਸੁਸ਼ਮਾ ਜੀ ਬੋਲ ਰਹੇ ਨੇ ਤੇ ਉਹਨਾਂ ਨੂੰ ਸੁਣਨਾ ਚਾਹੀਦਾ ਹੈ। अध्यक्ष जी, हम सांप्रदायिक हैं। हाँ, हम सांप्रदायिक हैं क्योंकि हम वंदे मातरम गाने की वकालत करते हैं। हम सांप्रदायिक हैं क्योंकि हम राष्ट्रीय ध्वज के सम्मान के लिए लड़ते हैं। हम सांप्रदायिक हैं क्योंकि हम धारा 370 को समाप्त करने की मांग करते हैं। हम सांप्रदायिक हैं क्योंकि हम हिंदुस्तान में गोरख जाति वंश और वर्धन की वकालत करते हैं। हाँ अध्यक्ष जी, हम सांप्रदायिक हैं क्योंकि हम हिंदुस्तान में समान नागरिक संहिता बनाने की बात करते हैं। हम सांप्रदायिक हैं अध्यक्ष जी क्योंकि हम कश्मीरी शरणार्थियों के दर्द को जबान देने की अध्यक्ष जी, ये सपना है, ये धर्मनिरपेक्ष है। दिल्ली की सड़कों पर 3000 सिखों का कत्लेआम करने वाले ये ਇਹ ਭਾਸ਼ਣ 1996 ਦਾ ਹੈ। ਸੁਸ਼ਮਾ ਸਵਰਾਜ ਦੀ ਰਫ਼ਤਾਰ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। मुझे मालूम है ममता जी के विरोध के स्वर बहुत मुखर होते हैं, लेकिन हम उनके विरोध के अधिकार को मान्यता देते हैं। हम उनके विरोध के अधिकार को स्वीकृति देते हैं। हम उनके आवाज को गैर करने के लिए उन पर हमला नहीं करते। इसलिए पूछना चाहती हूँ ममता जी से आज कि इस सदन में
सीपीएम के साथ बैठकर मतदान करेगी और पश्चिम बंगाल में जाकर उनके विरोध की राजनीति करेंगी। ये कैसी सांझ है ममता जी, ये कैसा गठबंधन? अध्यक्ष जी, मैं जिक्र कर रही थी कि केवल व्यक्तियों में अंतर विरोध नहीं है, जो कार्यक्रमों में अंतर विरोध झलकता है वो तो माशाअल्लाह। जब इनका प्रोग्राम आया, मिनिमम प्रोग्राम, मैंने उसको आदि से अंत तक पढ़ा। एक बार मुझे लगा कि कुछ गलत पढ़ा गया, ये हो नहीं सकता। मैंने उसको दोबारा पढ़ा और पढ़ने के तुरंत बाद मेरे मुंह से निकला, वहां भारत के कम्युनिस्ट साथियों, तुमने लेनिन से येल्त्सिन तक का सफर एक ही सप्ताह में पूरा कर लिया। ਤੇ ਹੁਣ ਯੂਐਨ ਦੇ ਵਿੱਚ ਉਹਨਾਂ ਦਾ ਭਾਸ਼ਣ, ਜਦ ਸੁਸ਼ਮਾ ਨੇ ਪਾਕਿਸਤਾਨ ਨੂੰ ਮਜ਼ਾ ਚਖਾਇਆ। सभापति जी, हम तो गरीबी से लड़ रहे हैं, लेकिन हमारा पड़ोसी देश पाकिस्तान हमसे लड़ रहा है। परसों इसी मंच से बोलते हुए पाकिस्तान के वजीर आजम शाहिद खाकान अब्बासी ने भारत पर तरह तरह के इल्जाम लगाए, हमें स्टेट स्पॉन्सर्ड टेररिज्म फैलाने का गुनहगार भी बताया और मानवाधिकार उल्लंघन का आरोपी भी। जिस समय वो बोल रहे थे तो सुनने वाले कह रहे थे, लुक हु इज टॉकिंग। जो मुल्क हैवानियत की हदें पार करके सैकड़ों बेगुनाहों को मौत के घाट उतरवाता है, वो यहाँ खड़ा होकर हमें इंसानियत का सबक सिखा रहा था, हमें मानवाधिकार का पाठ पढ़ा रहा था। पाकिस्तान के वजीर आजम ने कहा कि मोहम्मद अली जिन्ना ने पाकिस्तान को शांति और दोस्ती की विदेश नीति विरासत में दी थी। मैं उन्हें याद दिलाना चाहूंगी कि मोहम्मद अली जिन्ना ने शांति और दोस्ती की नीति विरासत में दी या नहीं थी, ये तो इतिहास बहुत अच्छी तरह जानता है, लेकिन ये एक सच्चाई है कि प्रधानमंत्री मोदी ने शांति और दोस्ती की नीयत जरूर दिखाई थी। उन्होंने सारे रुकावटों को पार करते हुए दोस्ती का हाथ आगे बढ़ाया, किंतु कहानी बदरंग किसने की, अब्बासी साहब, इसका जवाब आपको देना है, मुझे नहीं। वो यहाँ खड़े होकर संयुक्त राष्ट्र के पुराने प्रस्तावों की बात भी कर रहे थे, पर क्या उन्हें याद नहीं कि शिमला समझौते और लाहौर डिक्लेरेशन के अंतर्गत हम दोनों देशों ने यह निर्णय किया है कि हम आपसी मसलों को इकट्ठे बैठ करके हल करेंगे, किसी तीसरे की मध्यस्थता स्वीकार नहीं करेंगे। सभापति जी, सच्चाई तो यह कि पाकिस्तान के सियासतदानों को याद तो सब कुछ है, लेकिन अपनी सुविधा के कारण वो उसे भूल जाने का नाटक करते हैं। ਇਹ ਤਸਵੀਰਾਂ 2011 ਦੀਆਂ ਨੇ, ਜਦੋਂ ਸੁਸ਼ਮਾ ਵਿਪਕ ਦੇ ਨੇਤਾ ਸੀ। ਇਹਨਾਂ ਦਾ ਹੌਸਲਾ ਆਪਣੀ ਹੀ ਇਬਾਰਤ ਲਿਖ ਰਿਹਾ ਸੀ। पूरे का पूरा शीतकालीन सत्र इस भ्रष्टाचार की भेंट चढ़ गया, लेकिन उसके परिणाम स्वरूप सत्ता पक्ष के तीन लोग आज जेल के भीतर हैं। ये उसी का परिणाम है। आज इस आंदोलन का नेतृत्व अन्ना हजारे कर रहे हैं, लेकिन सरकार का रवैया समझ से परे है। सरकार एकदम असंतुलित व्यवहार कर रही है और ये असंतुलित व्यवहार बार बार देखने में आ रहा है। आज प्रधानमंत्री इस वक्तव्य के लगभग 4-5 पैराग्राफ में पार्लियामेंट्री सुप्रीमेसी की बात करते हैं, सदन की प्रक्रियाओं की बात सही है, ये मैं भी कह रही हूँ सही है। पार्लियामेंट्री प्रोसेस की बात करते हैं, संसदीय प्रक्रियाओं के माध्यम से कानून बनाने की बात करते हैं। मेरा पहला प्रश्न प्रधानमंत्री जी आपसे है, इस पार्लियामेंट्री प्रोसेस को दरकिनार करने का काम किसने किया? ਮਜ਼ਬੂਤ ਸੁਸ਼ਮਾ ਸਵਰਾਜ ਦੀ ਸ਼ਖਸੀਅਤ ਦਾ ਇੱਕ ਪਹਿਲੂ ਇਹ ਵੀ ਹੈ, ਪਿਆਰ ਦੇ ਨਾਲ ਆਪਣੀ ਗੱਲ ਰੱਖਣੀ ਕਿ ਹਰ ਕੋਈ ਵੇਖਦਾ ਹੀ ਰਹੇ। याद नहीं, हमें जफा याद नहीं, जिंदगी और मौत के दो ही तो तराने हैं, एक तुम्हें याद नहीं, एक हमें याद नहीं। ਸੁਸ਼ਮਾ ਸਵਰਾਜ ਜਿਹੇ ਨੇਤਾ ਘੱਟ ਹੀ ਹੁੰਦੇ ਨੇ ਕਿ ਜਦੋਂ ਬੋਲਣ ਤਾਂ ਕਈ ਸਵਾਲ ਖੜੇ ਹੋ ਜਾਣ, ਲੋਕਾਂ ਦੇ ਰੌਲੇ ਦੇ ਵਿੱਚ ਆਪਣੀ ਆਵਾਜ਼ ਨੂੰ ਦੱਬਣ ਹੀ ਨਾ ਦੇਣ। ਸੁਸ਼ਮਾ ਸਵਰਾਜ ਨੂੰ ਕਿਉਂ ਕਿਹਾ ਜਾਂਦਾ ਸੀ ਮਾਸ ਲੀਡਰ, ਦੱਸਾਂਗੇ ਬ੍ਰੇਕ ਤੋਂ ਬਾਅਦ।
ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸੇ ਕਦਾਵਰ ਲੀਡਰ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ, ਪਰ ਜਦੋਂ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਸੀ ਤੇ ਉਹਨਾਂ ਦੇ ਲਈ ਪਹੁੰਚਣ ਦੇ ਲਈ ਚਾਹੀਦਾ ਸੀ ਸਿਰਫ ਇੱਕ ਟਵੀਟ ਨੂੰ ਹੀ ਪੜ੍ਹ ਕੇ ਉਹ ਪੂਰਾ ਕੰਮ ਕਰ ਦਿੰਦੇ ਸੀ। ਅਜਿਹੀ ਕਈ ਕਹਾਣੀਆਂ ਨੇ ਸੁਸ਼ਮਾ ਸਵਰਾਜ ਦੇ ਨਾਲ ਜੁੜੀਆਂ ਹੋਈਆਂ ਜਦ ਉਹਨਾਂ ਨੇ ਲੋਕਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। मेरा भारत महान, मेरी मैडम ने सब किया है मैम। ਐਨੇ ਹਾमिद अंसारी 6 ਸਾਲ ਪਾਕਿਸਤਾਨ ਦੀ ਜੇਲ੍ਹ 'ਚ ਨਰਕ ਭੋਗ ਕੇ ਆਏ। ਸੁਸ਼ਮਾ ਸਵਰਾਜ ਦੀ ਕੋਸ਼ਿਸ਼ਾਂ ਦੇ ਸਦਕਾ ਜਦ ਭਾਰਤ ਪੁੱਜੇ ਤਾਂ ਅੱਖਾਂ 'ਚ ਹੰਝੂ ਹੀ ਹੰਝੂ ਸੀ। ਅੰਸਾਰੀ ਦੀ ਮਾਂ ਕਹਿੰਦੇ ਰਹੇ ਕਿ ਮੇਰਾ ਭਾਰਤ ਮਹਾਨ, ਮੇਰੀ ਮੈਡਮ ਮਹਾਨ। मेरा भारत महान, मेरी मैडम ने सब किया है मैम। ਤੇ ਹੁਣ ਦੇਖੋ ਇਹ ਸੰਜੀਦਗੀ ਜੋ ਸੁਸ਼ਮਾ ਸਵਰਾਜ ਜੀ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੀ ਹੈ। ਗੀਤਾ ਦੇ ਲਈ ਉਹਨਾਂ ਦੀ ਭਾਵੁਕ ਅਪੀਲ ਨੂੰ ਜ਼ਰਾ ਸੁਣੋ। सबसे पहले मेरी अपील तो इसके माता पिता के लिए है, कृपया सामने आइए और अपनी बेटी को अपनाइए। मैं वादा करती हूँ इस बेटी को आपके लिए बोझ नहीं बनने दूंगी। इसकी सारी जिम्मेदारी हम स्वयं वहन करेंगे, शादी की, पढ़ाई की। लेकिन आप आइए, आपकी बेटी तड़प रही है आपसे मिलने के लिए, कृपया आइए, इसे गले लगाइए। मैं दूसरी अपील इसके रिश्तेदारों से, जानकारों से करना चाहूँगी। अगर आपको मालूम है कि आपके पड़ोस में या आपके रिश्तेदारी में कोई परिवार ऐसा था जिनकी बच्ची न बोलती थी न सुनती थी और 10-12 वर्ष पहले खो गई थी, तो कृपया आप हमें उनका पता बताइए। ये एक पुण्याई का काम होगा। एक खोई हुई बेटी को अपने माँ बाप से मिलवाना, इससे बड़ा पुण्य का कार्य क्या हो सकता है। लेकिन पुण्याई के साथ साथ मैं ये भी घोषणा करती हूँ कि जो भी व्यक्ति हमें गीता के माँ बाप को मिलवा देगा, हम उसे 1 लाख रुपए का इनाम भी देंगे। मेरी दूरदर्शन वालों से तो अपील है ही कि वो इस पूरी की पूरी बातचीत को 7 से 10 दिन तक लगातार पूरे देश में चलाएं। डीडी मेट्रो पर भी चलाएं, डीडी न्यूज़ पर भी चलाएं। लेकिन मैं देश के सभी केबल ऑपरेटर से कहना चाहूँगी और विशेष तौर पर बिहार और झारखंड से कहना चाहूँगी, बिहार और झारखंड के मुख्यमंत्रियों से भी कहना चाहूँगी, क्योंकि इसकी बातचीत से लगता है कि ये या बिहार की है या झारखंड की। आप छोटे से छोटे गांव के केबल ऑपरेटर से कहकर इस बातचीत को कम से कम 7 दिन ज़रूर चलवाएं। मेरा अंतर्मन कहता है कि इस प्रयास से ज़रूर गीता के माता पिता मिल जाएंगे। और जो सपना लेकर ये यहाँ आई है, ये ऐसे हाथ करके इशारा करके कहती थी पाकिस्तान से ले जाओ, मैं भारत की बेटी हूँ, मैं अपने यहाँ जाना चाहती हूँ। ये बहुत आस लेकर, उम्मीद लेकर यहाँ आई है। उसी उम्मीद को मैं पूरा कर सकूं, इसलिए ये अपील आपसे कर रही हूँ। और मुझे विश्वास है आप मेरी इस अपील को मानते हुए ज़रूर कोई ना कोई आगे आएगा जो गीता के माता पिता से गीता को मिलवा देगा। ਤੇ ਇਹ ਤਸਵੀਰਾਂ ਇੱਕ ਮਾਂ ਦੇ ਲਈ ਕਿੰਨੀਆਂ ਅਨਮੋਲ ਹੋਣਗੀਆਂ। ਮਾਂ ਨੇ ਇੱਕ ਟਵੀਟ ਕੀਤਾ ਤਾਂ ਉਸਦੇ 4 ਮਹੀਨਿਆਂ ਦੇ ਬੱਚੇ ਦੇ ਲਈ ਪਾਸਪੋਰਟ ਬਣਵਾ ਦਿੱਤਾ। खुशी सब के चेहरे ते है। हैदराबाद दी एक कुड़ी जिसनों एजेंटा ने धोखे दे नाल बांग्लादेश पहुंचा दिता ते उस तों गलत काम करवाउण दीआं कोशिशां कीतीआं गईआं, पर इसदा साथ दिता सुषमा स्वराज ने। मैडम का ने मम्मी लेटर लिख के दिए थे हमारे, वो लेटर पे इंडियन एमएनसी वो देख के लेटर पे मेरे एजेंट से बात करे, मेरे एजेंट से बात करके मेरे को इधर 25 तारीख को, इधर 25 तारीख को इधर हैदराबाद में आ गई। मैं उनका बहुत शुक्रिया करना चाहती हूँ मैं सुषमा मैडम का। पाकिस्तान दे इस बच्चे रोहान दे इलाज दे लई कोई भी कसर ना छड्डी, झट वीज़ा लवाया ते मापियां नूं साह आया।
ਪਾਕਿਸਤਾਨ ਦੀ ਇਹ 7 ਸਾਲ ਦੀ ਬੱਚੀ ਮਹਾ ਸ਼ੋਇਬ ਓਪਨ ਹਾਰਟ ਸਰਜਰੀ ਦੀ ਇਸ ਨੂੰ ਜ਼ਰੂਰਤ ਸੀ। ਬੱਚੀ ਦੀ ਮਾਂ ਨੇ ਟਵੀਟ ਕੀਤਾ ਤੇ ਬਸ ਫੌਰਨ ਹੀ ਮਿਲ ਗਿਆ ਵੀਜ਼ਾ। ਉਜ਼ਮਾ, ਇਸ ਦਾ ਦਰਦ ਕੌਣ ਭੁੱਲ ਸਕਦਾ ਹੈ। ਪਾਕਿਸਤਾਨ ਦੇ ਵਿੱਚ ਫਸ ਗਈ ਸੀ ਉਜ਼ਮਾ, ਪਰ ਉਜ਼ਮਾ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਸੁਸ਼ਮਾ ਸਵਰਾਜ ਨੇ ਕੋਈ ਵੀ ਕਸਰ ਨਾ ਛੱਡੀ। वहाँ जाकर जब मैंने देखा, एक अजीब सा गांव था, एक लैंग्वेज अजीब थी, लोग अजीब थे, कुछ भी सही नहीं था वहाँ पे। धमकियाँ भी दी गई कि यहाँ पर दिल्ली में भी हमारे रिलेटिव्स हैं, अगर तुम हमारे अकॉर्डिंग नहीं चलोगी तो तुम्हारी बेटी को किडनैप कर लेंगे, उसको मार देंगे। मार पिटाई करी, गन्स उनके घर में बड़ी बड़ी रखी थी, पिस्टल्स थी, वो साथ में रखते थे अपने। मेरी बच्ची की वजह से मैंने वहाँ पर साइन किए। खौफ जितना उन्होंने डराया था उस पर मैंने साइन किया। बट वहाँ से निकलना, ये इसमें सारा क्रेडिट मैं सुषमा मैम को और जेपी सर को दूंगी कि इन्होंने इतना कुछ मेरे लिए किया। नहीं तो मुझे नहीं पता था कि मेरी ज़िंदगी की भी इतनी वैल्यू होगी, बिकॉज मैं अनाथ हूँ। आई एम अडॉप्टेड चाइल्ड। I don't have mother, sister, father, कोई नहीं है। ये मिस्टर वसीम अहमद और जो मेरी मदर आई हैं, मैं अडॉप्टेड हूँ, तो मुझे नहीं पता था। मैंने आज पहली बार मुझे पता चला कि मेरी ज़िंदगी की भी कोई वैल्यू है। सुषमा मैम ने ही मुझे बताया कि इंडियन सिटीज़न होना ये अपने आप में एक प्राउड है। जब मैं वहाँ पर जाती थी तो सुषमा मैम का रोज़ाना मेरे पास कॉल आता था कि बेटा फिक्र नहीं करना, हम हैं यहाँ पर, हम लड़ रहे हैं आपके लिए, कुछ नहीं होने देंगे हम आपको, तुम हिंदुस्तान की बेटी हो, तुम मेरी बेटी हो। ये मैम जब बोलती थी मुझे बड़ी तसल्ली मिलती थी। ਸੁਸ਼ਮਾ ਸਵਰਾਜ ਲੋਕਾਂ ਦੇ ਸਨ, ਲੀਡਰੀ ਦੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ, ਲੋਕਾਂ 'ਚ ਵਿਚਰਦੇ ਸਨ। ਹਰ ਟਵੀਟ ਦਾ ਜਵਾਬ ਦੇਣਾ ਉਹਨਾਂ ਦੀ ਆਦਤ ਸੀ। ਬੇਸਹਾਰਿਆਂ ਨੂੰ ਉਹਨਾਂ ਦਾ ਸਹਾਰਾ ਸੀ। ਸੱਚਮੁੱਚ ਇਹ ਮੈਡਮ ਮਹਾਨ ਹੈ। ਸੁਸ਼ਮਾ ਸਵਰਾਜ ਕਿਸ ਘਰ ਦੇ ਵਿੱਚ ਰਹਿੰਦੇ ਸੀ, ਕਿਸ ਕਾਲਜ ਦੇ ਵਿੱਚ ਪੜ੍ਹੇ, ਦਿਖਾਵਾਂਗੇ ABP ਸਾਂਝਾ ਸਪੈਸ਼ਲ ਦੇ ਵਿੱਚ। ਪੰਜਾਬ ਮੇਲ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਪ੍ਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਬਨੇ ਰਹੋ ABP ਸਾਂਝਾ ਦੇ ਨਾਲ।